ਵਾਹਿਗੁਰੂ जी का खालसा वाहिगुरू जी की फतेह। ਇਹ ਸਾਡੀ ਵਾਕ ਨਾਲ ਸੰਬੰਧਿਤ ਤੀਜੀ ਵੀਡੀਓ ਹੈ ਤੇ ਇਸ ਦੇ ਵਿੱਚ ਜਿਹੜਾ ਆ ਅਸੀਂ ਅੱਜ ਵਾਕ ਵਟਾਂਦਰਾ ਬਾਰੇ ਗੱਲ ਕਰਾਂਗੇ। ਪਹਿਲੀ ਦੋ ਵੀਡੀਓ ਵਿੱਚ ਅਸੀਂ ਵਾਕ, ਵਾਕੰਜ ਤੇ ਉਪਵਾਕ ਬਾਰੇ ਗੱਲ ਕੀਤੀ ਸੀ। ਦੂਜੀ ਵੀਡੀਓ ਵਿੱਚ ਅਸੀਂ ਵਾਕ ਦੀਆਂ ਕਿਸਮਾਂ ਦੇ ਬਾਰੇ ਜਿਹੜਾ ਸੀ ਉਹ ਪੜ੍ਹਿਆ ਸੀ। ਅੱਜ ਅਸੀਂ ਜਿਹੜਾ ਆ ਉਹ ਵਾਕ ਵਟਾਂਦਰਾ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ। ਵਾਕ ਵਟਾਂਦਰਾ ਹੈ ਕੀ ਔਰ ਵਾਕ ਇੱਕ ਵਾਕ ਨੂੰ ਦੂਜੇ ਵਿੱਚ ਕਿਵੇਂ ਬਦਲਿਆ ਜਾਂਦਾ ਹੈ। ਵਾਕ ਵਟਾਂਦਰਾ ਤੋਂ ਭਾਵ ਹੈ ਕਿ ਵਾਕ ਦੀ ਇੱਕ ਕਿਸਮ ਤੋਂ ਦੂਜੀ ਕਿਸਮ ਵਿੱਚ ਬਦਲਣਾ, ਬਟ ਸ਼ਰਤ ਇਹ ਹੈ ਕਿ ਉਸਦਾ ਬਿਨਾਂ अर्थ बदले, मतलब उसका अर्थ जोड़ा वो बिल्कुल भी ना बदले। एक इस प्रकार के वाक नूं, मतलब एक प्रकार का वाक है, चाहे वो सधारण है, संयुक्त है, मिश्रित है, उसके अर्थ बदले बिना ही उसकी दूजे वाक में बदलना ही की अखवाउंदा आ वाक वटांदरा। इस तरह ही असीं देखते हाँ, उदाहरण वजों समझते हाँ वाक वटांदरा किवें कीता जांदा आ। जिवें साडे कोल पहली उदाहरण जिहड़ी है इत्थे हैगी है कि असीं सधारण वाक नूं संयुक्त विच बदलना आ। सधारण वाक साडे कोल किहड़ा आ, अगे वध के वैरी दे दंद खट्टे करो। सधारण वाक वो हुंदा आ जिहदे विच असीं गल कीती सी कि एक ही क्रिया ते एक ही जिहड़ा आ वो नाव हुंदा है। इस तों इलावा नाव दो भी हो सकदे ने, पर सधारण वाक विच क्रिया जिहड़ी है वो हमेशा एक ही हुंदी है, एक तो वध कदी भी नहीं हुंदी। इस नूं असीं संयुक्त विच बदलना आ। ते संयुक्त वाक किहड़ा हुंदा आ, संयुक्त वाक जदों असीं दो सुतंत्र वाकां नूं जां दो सधारण वाकां नूं अते योजक जां किसी होर योजक दे राहीं जो भी जिहड़ा आ सुतंत्र योजक है वो ला के जदों असीं दो सधारण वाकां नूं जोड़दे आ उदों की बनदा है, साडे कोल संयुक्त वाक बनदा आ। ते असीं इस नूं जिहड़ा आ संयुक्त वाक विच बदलना आ। अगे वधो अते वैरी दे दंद खट्टे करो, भाव अते योजक राहीं असीं जिहड़ा आ इहनूं दो सधारण वाकां नूं जोड़ देना आ। संयुक्त वाक उत्थे ही हुंदा आ जिथे दो स्वाधीन वाकां नूं भाव सुतंत्र वाकां नूं योजक दी मदद दे नाल जोड़िया जांदा आ। इस तरीके दे नाल साडे कोल अगला वाक जिहड़ा हैगा आ वाक वटांदरा वो हैगा आ संयुक्त वाकां तो असीं सधारण वाक बनाउणा आ। ਅਸੀਂ ਜਿਹੜਾ ਇੱਥੇ ਯੋਜਕ ਲੱਗਾ ਹੋਇਆ ਉਹਨੂੰ ਬਿਲਕੁਲ ਹਟਾ ਦੇਣਾ ਹੈ। ਸੂਰਜ ਨਿਕਲਿਆ ਅਤੇ ਉਸ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਸੂਰਜ ਨਿਕਲਦੇ ਸਾਰ ਹੀ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਸਧਾਰਨ ਵਾਕ ਵਿੱਚ ਯੋਜਕ ਜਿਹੜਾ ਉਹ ਨਹੀਂ ਲੱਗਾ ਹੁੰਦਾ। ਇਸ ਤਰੀਕੇ ਨਾਲ ਸਾਡੇ ਕੋਲ ਜਿਹੜਾ ਤੀਜਾ ਵਾਕ ਹੈ ਉਹਦੇ ਵਿੱਚ ਸਧਾਰਨ ਵਾਕ ਤੋਂ ਮਿਸ਼ਰਤ ਵਾਕ ਬਣਾਉਣਾ ਆ। ਮਿਸ਼ਰਤ ਵਾਕ ਦੀ ਪਹਿਚਾਣ ਕੀ ਹੈ, ਜਿਹਦੇ ਵਿੱਚ ਇੱਕ ਮੁੱਖ ਉਪਵਾਕ ਹੋਵੇ, ਭਾਵ ਸੁਤੰਤਰ ਉਪਵਾਕ ਹੋਵੇ, ਠੀਕ ਹੈ, ਔਰ ਜਿਹੜਾ ਆ ਦੂਜਾ ਅਧੀਨ ਉਪਵਾਕ ਹੋਵੇ ਤੇ ਵਿਚਕਾਰ ਜਿਹੜਾ ਆ ਇਹਨਾਂ ਦੋਨਾਂ ਨੂੰ ਕਿਹਦੇ ਰਾਹੀਂ ਜੋੜਿਆ ਗਿਆ ਹੋਵੇ, ਅਧੀਨ ਯੋਜਕ ਦੇ ਨਾਲ ਜੋੜਿਆ ਗਿਆ ਹੋਵੇ, ਅਧੀਨ ਯੋਜਕ ਵਿੱਚ ਲੱਗਾ ਹੋਵੇ। ਸੋ ਜਿਹੜਾ ਮਤਲਬ ਇੱਕ ਵਾਕ ਸੁਤੰਤਰ ਹੁੰਦਾ ਹੈ ਤੇ ਦੂਜਾ ਵਾਕ ਉਹਦੇ ਅਧੀਨ ਹੁੰਦਾ ਆ। ਜਿਵੇਂ ਇੱਥੇ ਜਿਹੜਾ ਆ ਉਹ ਅਧੀਨ ਯੋਜਕ ਲੱਗਾ ਹੋਇਆ। ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਮਤਲਬ ਜਿਹੜਾ ਪਹਿਲਾ ਵਾਕ ਹੈ ਉਹ ਜਿਹੜਾ ਆ ਤਾਂ ਹੀ ਸੰਪੂਰਨ ਹੁੰਦਾ ਜੇਕਰ ਦੂਜਾ ਵਾਕ ਆਏਗਾ। ਪਹਿਲਾ ਜਿਹੜਾ ਆ ਉਹ ਅਧੀਨ ਉਪਵਾਕ ਆ ਜੋ ਦੂਜੇ 'ਤੇ ਜਿਹੜਾ ਨਿਰਭਰ ਕਰਦਾ ਉਹਦੀ ਸਹਾਇਤਾ ਦੇ ਨਾਲ ਆਪਣੀ ਸੰਪੂਰਨਤਾ ਗ੍ਰਹਿਣ ਕਰਦਾ ਆ। ਸੋ ਬੱਚੇ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ। ਇਸ ਸਧਾਰਨ ਵਾਕ ਨੂੰ ਜਿਹੜਾ ਅਸੀਂ ਮਿਸ਼ਰਤ ਬਣਾਵਾਂਗੇ ਅਤੇ ਅਸੀਂ ਅਧੀਨ ਯੋਜਕ ਲਾਵਾਂਗੇ। ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਇਸ ਤਰ੍ਹਾਂ ਮਿਸ਼ਰਤ ਤੋਂ ਅਸੀਂ ਸਧਾਰਨ ਵਾਕ ਬਣਾਉਣਾ ਹੈ। ਜਦ ਬਿਪਤਾ ਪਏ ਤਦ ਧੀਰਜ ਰੱਖੋ। ਮਤਲਬ ਦੋਨੋਂ ਹੀ ਵਾਕ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਜੁੜੇ ਕਿਹਦੇ ਰਾਹੀਂ ਜੁੜੇ ਹੋਏ ਨੇ, ਅਧੀਨ ਯੋਜਕਾਂ ਦੇ ਰਾਹੀਂ। ਅਸੀਂ ਇਹ ਦੋਨੋਂ ਯੋਜਕ ਹੀ ਹਟਾ ਦੇਣੇ ਆ ਅਤੇ ਬਿਪਤਾ ਸਮੇਂ ਧੀਰਜ ਰੱਖੋ। ਇੱਕ ਗੱਲ ਯਾਦ ਰੱਖਣੀ ਹੈ ਸਭ ਨੇ ਕਿ ਜਦੋਂ ਵੀ ਅਸੀਂ ਵਾਕ ਵਟਾਂਦਰਾ ਕਰਨਾ ਹੈ ਅਰਥ ਨਹੀਂ ਬਦਲਣਾ ਚਾਹੀਦਾ ਵਾਕ ਦਾ। ਹਾਂ, ਸ਼ਬਦ ਅਸੀਂ ਇੱਕ ਦੋ ਬਦਲ ਸਕਦੇ, ਜਿਵੇਂ ਇੱਥੇ ਅਸੀਂ ਸਮਾਂ ਐਡ ਕਰ ਲਿਆ, ਠੀਕ ਹੈ। ਸ਼ਬਦ ਅਸੀਂ ਇੱਕ ਜਾਂ ਇੱਕ ਤੋਂ ਵਧੇਰੇ ਬਦਲ ਸਕਦੇ ਹਾਂ, ਜਾਂ ਵਾਕ ਦੀ ਫੋਰਮੇਸ਼ਨ, ਵਾਕ ਦਾ ਜਿਹੜਾ ਕਹਿ ਲਓ ਤਰਤੀਬ ਹੈ ਉਹ ਇੱਧਰ ਉੱਧਰ ਕਰ ਸਕਦੇ ਹਾਂ, ਪਰ ਬਿਨਾਂ ਅਰਥ ਬਦਲੇ। ਅਰਥ ਵਾਲੀ ਕੰਡੀਸ਼ਨ ਉੱਥੇ ਹੀ ਰਹੇਗੀ, ਅਰਥ ਨਹੀਂ ਅਸੀਂ ਬਦਲਣਾ। ਅਸੀਂ ਸਿਰਫ ਅਤੇ ਸਿਰਫ ਜਿਹੜਾ ਆ ਉਸਨੂੰ ਸਧਾਰਨ, ਸੰਯੁਕਤ ਜਾਂ ਮਿਸ਼ਰਤ ਜੋ ਵੀ ਕਿਹਾ ਗਿਆ ਉਹਦੇ ਵਿੱਚ ਬਦਲਣਾ ਆ, ਪਰ ਬਿਨਾਂ ਅਰਥ ਬਦਲੇ ਹੋਏ। ਹਾਂ, ਅਸੀਂ ਇੱਕ ਦੋ ਸ਼ਬਦ ਆਪਣੇ ਕੋਲੋਂ ਜਿਹੜਾ ਉਹ ਲਗਾ ਸਕਦੇ ਹਾਂ। ਤੁਹਾਡਾ ਸੰਯੁਕਤ ਤੋਂ ਮਿਸ਼ਰਤ ਵਾਕ ਦੀ ਉਦਾਹਰਨ ਦੇਖਦੇ ਹਾਂ। ਬਜ਼ੁਰਗਾਂ ਦੀ ਸੇਵਾ ਕਰੋ, ਉਹਨਾਂ ਦੀਆਂ ਅਸੀਸਾਂ ਲਓ, ਠੀਕ ਹੈ। ਇਹ ਸੰਯੁਕਤ ਤੋਂ ਅਸੀਂ ਅਤੇ ਯੋਜਕ ਲੱਗਾ ਹੋਇਆ ਆ, ਇਹ 'ਤੇ ਅਸੀਂ ਜਿਹੜਾ ਇਹ ਸੁਤੰਤਰ ਯੋਜਕ ਹੈ, ਅਸੀਂ ਅਧੀਨ ਯੋਜਕ ਜਿਹੜਾ ਇੱਥੇ ਲਾ ਦੇਣਾ ਆ। ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇ, ਠੀਕ ਹੈ। ਪਹਿਲਾ ਵਾਕ ਦੂਜੇ ਦੇ ਅਧੀਨ ਹੈਗਾ। ਇਸ ਤਰ੍ਹਾਂ ਮਿਸ਼ਰਤ ਵਾਕ ਜਦੋਂ ਅਸੀਂ ਸੰਯੁਕਤ ਵਿੱਚ ਬਦਲਣਾ ਹੋਵੇ, ਭਾਵੇਂ ਤੁਸੀਂ ਦੌਲਤਮੰਦ ਹੋ, ਤੁਸੀਂ ਸੁਖੀ ਨਹੀਂ ਹੋ ਸਕਦੇ। ਤੁਸੀਂ ਦੌਲਤਮੰਦ ਹੋ ਪਰ ਸੁਖੀ
ਨਹੀਂ। ਮਤਲਬ ਗੱਲ ਉਹੀ ਕਰਨੀ ਹੈ, ਬਸ ਉਸਨੂੰ ਘੁਮਾ ਦੇਣਾ ਆ। ਜਿਹੜੀ ਆ ਮਿਹਨਤ, ਹੁਣ ਅਸੀਂ ਹਾਂ ਤੇ ਨਾਂਹਵਾਚੀ ਵਿੱਚ ਕਈ ਬੱਚੇ ਕੀ ਕਰਦੇ ਨੇ, ਉਹ ਕੀ ਕਰਦੇ ਨੇ, ਜਦੋਂ ਉਹਨੂੰ ਨਾਂਹਵਾਚੀ ਬਣਾਉਣ ਲਈ ਕਿਹਾ ਜਾਂਦਾ ਆ, ਜਿਵੇਂ ਮਿਹਨਤ ਸਫਲ ਨਹੀਂ ਹੋਈ, ਵਿਦਿਆਰਥੀ ਕੀ ਕਰਦੇ ਨੇ, ਮਿਹਨਤ ਸਫਲ ਨਹੀਂ ਹੋਈ। ਮਤਲਬ ਜੇ ਮਿਹਨਤ ਸਫਲ ਹੋਈ ਨੂੰ ਅਸੀਂ ਕਵਾਂਗੇ ਮਿਹਨਤ ਸਫਲ ਨਹੀਂ ਹੋਈ ਤਾਂ ਅਰਥ ਚੇਂਜ ਹੋ ਜਾਏਗਾ। ਬਿਨਾਂ ਅਰਥ ਚੇਂਜ ਕੀਤੇ ਮਿਹਨਤ ਵਿਅਰਥ ਨਹੀਂ ਗਈ, ਮਤਲਬ ਨਹੀਂ ਇਹੀ ਸ਼ਬਦ ਲਾਉਣਾ ਆ, ਪਰ ਪਹਿਲੇ ਵਾਕ ਦਾ ਅਰਥ ਚੇਂਜ ਕੀਤੇ ਬਿਨਾਂ ਹੀ ਅਸੀਂ ਇਹ ਚੀਜ਼ ਲਾਵਾਂਗੇ। ਠੀਕ ਹੈ, ਜਿਵੇਂ ਉਹ ਕਦੇ ਝੂਠ ਨਹੀਂ ਬੋਲਦਾ, ਉਹ ਹਮੇਸ਼ਾ ਸੱਚ ਬੋਲਦਾ ਹੈ। ਮਤਲਬ ਗੱਲ ਉਹੀ ਕਰਨੀ ਹੈ ਕਿ ਉਹ ਝੂਠ ਨਹੀਂ ਬੋਲਦਾ, ਪਰ ਗੱਲ ਨਹੀਂ ਸ਼ਬਦ ਨਹੀਂ ਲਾਉਣਾ ਵਿੱਚ, ਹਾਂ ਵਾਚੀ ਉਹਨੂੰ ਬਣਾਉਣਾ ਆ। ਇਸ ਤਰ੍ਹਾਂ ਪ੍ਰਸ਼ਨਵਾਚੀ ਬਣਾਉਣਾ ਹੋਵੇ, ਤੁਹਾਡਾ ਕੀ ਨਾਮ ਹੈ, ਇਹਨੂੰ ਸਧਾਰਨ ਕਰਨਾ ਹੋਵੇ, ਤੁਸੀਂ ਆਪਣਾ ਨਾਮ ਦੱਸੋ। ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ, ਇਹਨੂੰ ਪ੍ਰਸ਼ਨ 'ਚ ਬਣਾਉਣਾ ਹੋਵੇ, ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ, ਭਾਵ ਕੌਣ, ਕਿਵੇਂ, ਕੀ, ਇਹ ਸਾਰੇ ਸ਼ਬਦ ਜਿਹੜੇ ਨੇ ਪ੍ਰਸ਼ਨਵਾਚਕ ਤੁਸੀਂ ਲਾ ਸਕਦੇ ਹੋ। ਇਸ ਤਰ੍ਹਾਂ ਜੇ ਵਿਸਮਿਕ ਬਣਾਉਣਾ ਹੋਵੇ, ਵਿਸਮੇ ਬਣਾਉਣਾ ਹੋਵੇ, ਫੁੱਲ ਬਹੁਤ ਸੁੰਦਰ ਹੈ, ਕਿੰਨਾ ਸੁੰਦਰ ਫੁੱਲ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਵਿਸਮੇ ਲਾ ਦੇਣਾ ਹੈ, ਚਿੰਨ੍ਹ ਵੀ ਨਾਲ ਐਡ ਕਰ ਦੇਣਾ ਹੈ। ਕਾਸ਼ ਮੈਂ ਡਾਕਟਰ ਹੁੰਦਾ, ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ, ਸਧਾਰਨ ਵਾਕ ਬਣ ਜਾਣਾ ਹੈ। ਅੱਗੇ ਸਾਡੇ ਕੋਲ ਕਰਤਰੀ ਤੇ ਕਰਮਣੀ ਵਾਚ ਹੈ। ਵਾਚ ਕੀ ਹੁੰਦਾ ਹੈ, ਵਾਚ ਇੱਕ ਵਿਆਕਰਨਿਕ ਸ਼੍ਰੇਣੀ ਹੈਗੀ ਹੈ, ਔਰ ਜਿਹਦੇ ਵਿੱਚ ਜਿਹੜਾ ਇਹਦਾ ਸਾਨੂੰ ਪਤਾ ਕਿਹਦੇ ਵਿੱਚੋਂ ਲੱਗਦਾ ਹੈ, ਵਾਕ ਦੀ ਬਣਤਰ ਤੋਂ ਹੀ ਸਾਨੂੰ ਇਹਦਾ ਪਤਾ ਲੱਗਦਾ ਹੈ ਕਿ ਵਾਕ ਦਾ ਜਿਹੜਾ ਵਿਸ਼ਾ ਆ ਉਹ, ਉਹਦੀ ਕਿਰਿਆ ਕਰਤਾ ਪ੍ਰਧਾਨ ਹੈ ਕਿ ਕਰਮ ਪ੍ਰਧਾਨ ਹੈ। ਸੋ ਕਰਤਰੀਵਾਚ ਕਿੱਥੇ ਹੋਏਗਾ, ਜਿੱਥੇ ਕਰਤੇ ਦੀ ਗੱਲ ਕੀਤੀ ਗਈ ਹੋਵੇ, ਕਰਮਣੀ ਵਾਚ ਜਿੱਥੇ ਕਰਮ ਦੀ ਗੱਲ ਕੀਤੀ ਗਈ ਹੋਵੇ। ਠੀਕ ਹੈ, ਔਰ ਕਰਤਰੀ ਤੇ ਕਰਮਣੀ ਵਾਚ ਨੂੰ ਅਸੀਂ ਅਰਥ ਲਿਆਉਣਾ ਆ ਤਾਂ ਅਸੀਂ ਜਿਹੜਾ ਆ ਉਹ ਵਾਕ ਵਿੱਚ ਕਰਮ ਨੂੰ ਕਰਤਾ ਦੀ ਥਾਂ 'ਤੇ ਰੱਖ ਦੇਣਾ ਆ, ਅਤੇ ਜਿਹੜਾ ਆ ਉਹ ਅਤੇ ਉਸ ਕਿਰਿਆ ਨੂੰ ਵੀ ਉਸ ਦੇ ਅਨੁਸਾਰ ਹੀ ਬਦਲ ਦੇਣਾ ਆ। ਠੀਕ ਹੈ, ਮਤਲਬ ਕਰਮ ਨੂੰ ਕਿਰਿਆ ਦੇ ਰਾਹੀਂ ਅਤੇ ਕਿਰਿਆ ਨੂੰ ਕਰਮ ਦੇ ਰਾਹੀਂ, ਜਿਹਦੀ ਅੰਗਰੇਜ਼ੀ ਵਿੱਚ ਐਕਟਿਵ ਅਤੇ ਪੈਸਿਵ ਵੋਇਸ ਕਰਦੇ ਹਾਂ। ਜੇ ਕਰਤਾ ਪਹਿਲਾਂ ਆ ਰਿਹਾ ਅਤੇ ਜੇ ਅਸੀਂ ਉਹਨੂੰ ਕਰਮ ਪ੍ਰਦਾਨ ਕਰਨਾ ਹੈ ਅਤੇ ਕਰਮ ਅੱਗੇ ਆਏਗਾ, ਕਰਤਾ ਬਾਅਦ ਵਿੱਚ ਆਏਗਾ। ਜੇ ਅਸੀਂ ਕਰਮ ਪ੍ਰਦਾਨ ਕਰਤਾ ਪ੍ਰਦਾਨ ਕਰਨਾ ਆ, ਕਰਤਰੀਵਾਚ ਬਣਾਉਣਾ ਆ ਉਹਨੂੰ, ਅਤੇ ਅਸੀਂ ਕਰਤਾ ਨੂੰ ਅੱਗੇ ਰੱਖਾਂਗੇ, ਕਰਮ ਨੂੰ ਪਿੱਛੇ ਰੱਖਾਂਗੇ। ਜਿਵੇਂ ਇੱਥੇ ਉਦਾਹਰਨ ਅਸੀਂ ਸਮਝ ਲੈਂਦੇ ਹਾਂ, ਮੈਂ ਰੋਟੀ ਖਾ ਰਿਹਾ ਹਾਂ, ਰੋਟੀ ਮੈਥੋਂ ਖਾਧੀ ਜਾ ਰਹੀ ਹੈ, ਖਾਣਾ ਪਰੋਸ ਦਿਓ। ਠੀਕ ਹੈ, ਹੁਣ ਕਰਮ ਕੀ ਹੈ ਇੱਥੇ, ਖਾਣਾ ਪਰੋਸ ਦਿੱਤਾ ਜਾਵੇ। ਠੀਕ ਹੈ, ਮਤਲਬ ਇੱਥੇ ਉਹਨੂੰ ਕਰਮ ਦੇ ਰੂਪ ਵਿੱਚ ਪੇਸ਼ ਕੀਤਾ ਆ। ਜਿਵੇਂ ਮੈਂ ਰੋਟੀ ਖਾ ਰਿਹਾ ਹਾਂ, ਖਾਣਾ ਕੀ ਹੈ, ਉਹ ਕਰਮ ਹੈ, ਅਤੇ ਕਰਤਾ ਕੀ ਹੈ, ਮੈਂ ਆ। ਇਸ ਕਰਕੇ ਅਸੀਂ ਜਦੋਂ ਉਸਨੂੰ ਕਰਮ ਨੂੰ ਅੱਗੇ ਕਰ ਲੈਣਾ ਹੈ, ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ, ਜਾਂ ਜਿਹੜਾ ਆ ਉਹ ਰੋਟੀ ਮੇਰੇ ਦੁਆਰਾ ਖਾਧੀ ਗਈ। ਇਸ ਤਰੀਕੇ ਦੇ ਨਾਲ ਹੀ ਅਗਲੀ ਉਦਾਹਰਨ ਹੈ, ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ। ਬੂਟਿਆਂ ਨੂੰ ਪਾਣੀ ਦੇਣਾ ਕੀ ਹੈ, ਕਰਮ ਹੈ, ਮਾਲੀ ਕੀ ਹੈ, ਇੱਥੇ ਕਰਤਾ ਆ। ਜਦੋਂ ਅਸੀਂ ਕਰਤਾ ਨੂੰ ਕਰਮ 'ਚ ਬਦਲਣਾ, ਅਸੀਂ ਕਰਤਾ ਨੂੰ ਪਿੱਛੇ ਲੈ ਆਉਣਾ ਆ ਅਤੇ ਕਰਮ ਨੂੰ ਜਿਹੜਾ ਆ ਉਹ ਅੱਗੇ ਲੈ ਆਉਣਾ ਆ। ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਕਰਤਰੀ ਅਤੇ ਕਰਮਣੀ ਵਾਚ ਜਿਹੜਾ ਉਹ ਬਦਲਣਾ ਆ, ਔਰ ਇਹ ਵਾਚ ਦੀਆਂ ਦੋ ਪਹਿਲੂ ਨੇ, ਕਰਤਰੀਵਾਚ ਅਤੇ ਕਰਮਣੀ ਵਾਚ। ਜਦੋਂ ਅਸੀਂ ਇਹਨਾਂ ਨੂੰ ਬਦਲਣਾ ਆ ਅਤੇ ਅਸੀਂ ਵਾਕ ਵਿੱਚ ਕਰਮ ਨੂੰ ਕਰਤਾ ਦੀ ਥਾਂ 'ਤੇ ਰੱਖਣਾ ਹੈ ਅਤੇ ਕਰਤੇ ਨੂੰ ਕਰਮ ਦੀ ਥਾਂ 'ਤੇ ਰੱਖਣਾ, ਉਸੇ ਅਧੀਨ ਹੀ ਕਿਰਿਆ ਵੀ ਬਦਲ ਜਾਣੀ ਹੈ। ਉਮੀਦ ਹੈ ਕਿ ਅੱਜ ਵਾਕ ਵਟਾਂਦਰਾ ਜਿਹੜਾ ਅਸੀਂ ਕੀਤਾ ਆ ਉਹ ਸਮਝ ਆਈ ਹੋਏਗੀ। ਵਾਕ ਵਟਾਂਦਰਾ ਵਾਕ ਦੀ ਇੱਕ ਕਿਸਮ ਤੋਂ ਦੂਜੀ ਕਿਸਮ ਵਿੱਚ ਬਦਲਣਾ ਆ, ਪਰ ਬਿਨਾਂ ਅਰਥ ਬਦਲੇ ਹੀ। ਜਦੋਂ ਅਸੀਂ ਇੱਕ ਵਾਕ ਨੂੰ ਦੂਜੀ ਕਿਸਮ ਵਿੱਚ ਬਦਲਦੇ ਹਾਂ ਤਾਂ ਉਹਨੂੰ ਕੀ ਕਿਹਾ ਜਾਂਦਾ ਆ, ਵਾਕ ਵਟਾਂਦਰਾ ਕਿਹਾ ਜਾਂਦਾ ਆ। ਔਰ ਅਸੀਂ ਉਦਾਹਰਨਾਂ ਦੇ ਰਾਹੀਂ ਸਮਝਿਆ ਆ। ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।